ਹੈਲੋ एवरीवन। ਅੱਜ ਅਸੀਂ ਇੰਗਲਿਸ਼ +1 ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਸੈਕਸ਼ਨ ਏ ਦਾ ਨੈਕਸਟ ਚੈਪਟਰ ਜਿਹੜਾ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਜੀ ਪ੍ਰੈਜ਼ੀਡੈਂਟ ਸਪੀਕਸ, ਜਿਹੜਾ ਕਿ ਪੰਜਵਾਂ ਚੈਪਟਰ ਹੈ ਬੁੱਕ ਦਾ। ਪ੍ਰੈਜ਼ੀਡੈਂਟ ਸਪੀਕਸ ਚੈਪਟਰ ਦੇ ਵਿੱਚ ਜਿਹਦੇ ਵਿੱਚ ਅਬਦੁਲ ਕਲਾਮ ਜੀ ਨੇ, ਜਿਹੜੇ ਕਿ ਆਪਣੇ ਫਾਰਮਰ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਉਹਨਾਂ ਨੇ ਇੱਕ ਲੈਕਚਰ ਦਿੱਤਾ ਸੀਗਾ ਕਿਸੇ ਕਾਲਜ ਦੇ ਵਿੱਚ। ਉਹਨਾਂ ਦੀ ਜਦੋਂ ਡਿਗਰੀ ਡਿਸਟਰੀਬਿਊਟ ਕੀਤੀ ਜਾਂਦੀ ਹੈ ਬੱਚਿਆਂ ਨੂੰ, ਸੋ ਉਹਨਾਂ ਦੀ ਕਨਵੋਕੇਸ਼ਨ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਲੈਕਚਰ ਦਿੱਤਾ ਸੀਗਾ। ਸੋ ਉਹ ਲੈਕਚਰ ਜਿਹੜਾ ਇਸ ਚੈਪਟਰ ਦੇ ਵਿੱਚ ਜਿਹੜਾ ਹੈ ਸਾਰਾ ਦਾ ਸਾਰਾ ਕਵਰ ਕੀਤਾ ਗਿਆ ਹੈ। ਸੋ ਸਭ ਤੋਂ ਪਹਿਲਾਂ ਮੈਂ APJ ਅਬਦੁਲ ਕਲਾਮ ਜੀ ਬਾਰੇ ਦੱਸਦਾ ਕਿ ਉਹ ਆਪਣੇ ਫਾਰਮਰ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। 1931 ਤੋਂ ਲੈ ਕੇ 2015 ਤੱਕ ਉਹਨਾਂ ਦਾ ਜੀਵਨ ਕਾਲ ਰਿਹਾ। ਉਹ ਬੜੇ ਅੱਛੇ ਸਕਾਲਰ ਸੀਗੇ, ਸਾਇੰਟਿਸਟ ਸੀ, ਕਿਉਂਕਿ ਹੈਦਰਾਬਾਦ ਨੂੰ ਬਿਲੋਂਗ ਕਰਦੇ ਸੀ, ਅਤੇ ਕਾਫੀ ਮਤਲਬ ਕਿ ਉਹਨਾਂ ਦਾ ਨਾਮ ਸਾਇੰਟਿਸਟ ਵਜੋਂ ਜਿਹੜਾ ਕਾਫੀ ਉਹਨਾਂ ਦਾ ਨਾਮ ਸੀਗਾ। ਉਹ ਬਹੁਤ ਅੱਛੇ ਹਿਊਮਨ ਬੀਇੰਗ ਸੀ, ਕਿਉਂਕਿ ਉਹਨਾਂ ਦੀ ਦੂਰਦਰਸ਼ਿਤਾ ਜਿਹੜੀ ਹੈ ਉਹ ਬਹੁਤ ਸਟਰੋਂਗ ਸੀ। ਇੱਕ ਜਿਹੜੀਆਂ ਜ਼ਰੂਰਤਾਂ ਨੇ ਇੱਕ ਹਿਊਮਨ ਦੀਆਂ, ਇੱਕ ਇਨਸਾਨ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਾਂ ਉਹਨਾਂ ਦੇ ਦੁੱਖ ਤਕਲੀਫਾਂ ਨੇ, ਉਹਨਾਂ ਤੋਂ ਬਹੁਤ ਅੱਛੇ ਤਰੀਕੇ ਦੇ ਨਾਲ ਵਾਕਿਫ ਸੀ, ਕਿਉਂਕਿ ਉਹਨਾਂ ਦਾ ਆਪਣਾ ਪਰਿਵਾਰ ਵੀ ਕਾਫੀ ਗਰੀਬ ਸੀ ਸ਼ੁਰੂਆਤ ਦੇ ਵਿੱਚ। ਉਹਦੇ ਬਾਅਦ ਆਪਣੀ ਮਿਹਨਤ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਕਿੱਥੋਂ ਤੱਕ ਉਹਨਾਂ ਨੇ ਮੁਕਾਮ ਜਿਹੜਾ ਇੱਕ ਸਾਇੰਟਿਸਟ ਦੇ ਤੌਰ ਤੇ ਹਾਸਲ ਕੀਤਾ, ਕਿ ਉਹਨਾਂ ਨੂੰ ਪੂਰੇ ਵਰਲਡ ਦੇ ਵਿੱਚ ਜਿਹੜਾ ਇੱਕ ਅੱਛੇ ਸਾਇੰਟਿਸਟ ਦੇ ਤੌਰ ਤੇ ਜਿਹੜਾ ਪਹਿਚਾਣਿਆ ਜਾਂਦਾ ਸੀ। 1997 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਅਵਾਰਡ ਕੀਤਾ ਗਿਆ, ਜਿਹੜਾ ਕਿ ਇੰਡੀਆ ਦਾ ਹਾਈਐਸਟ ਸਿਵਲੀਅਨ ਆਨਰ ਅਵਾਰਡ ਹੈ। ਫਿਰ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਉਹ ਰਹੇ, ਤੇ ਉਹਨਾਂ ਦੇ ਇੰਟਰਸਟਿੰਗ ਟੂ ਨੋਟ ਦੈਟ ਹਿਸ ਸਾਈਟ ਔਨ ਦਾ ਇੰਟਰਨੈਟ, ਮਤਲਬ ਉਹਨਾਂ ਨੇ ਆਪਣੀ ਜਿਹੜੀ ਸਾਈਟ ਹੈ ਇੰਟਰਨੈਟ ਦੇ ਉੱਪਰ, ਉਹ ਆਪਣੇ ਮਦਰ, ਫਾਦਰ, ਟੀਚਰ ਜਾਂ ਆਲਮਾਈਟੀ ਗੋਡ ਵਾਸਤੇ ਡੈਡੀਕੇਟਡ ਕੀਤੀ ਸੀ। ਤੇ ਅਸੀਂ ਉਹਨਾਂ ਦੇ ਕੋਲੋਂ ਕਾਫੀ ਕੁਝ ਜਿਹੜਾ ਹੈ ਉਹ ਸਪੀਚਸ ਤੋਂ ਉਹਨਾਂ ਦੀਆਂ ਸਿੱਖ ਸਕਦੇ ਹਾਂ, ਕਿਉਂਕਿ ਜੋ ਉਹਨਾਂ ਦੀ ਸੋਚ ਸੀ ਉਹ ਇੱਕ ਨਾਰਮਲ ਇਨਸਾਨ ਦੀ ਸੋਚ ਤੋਂ ਕਾਫੀ ਉੱਪਰ ਦਾ ਸੋਚਦੇ ਸੀ, ਜਿਹੜੇ ਕਿ ਨਾਰਮਲ ਇਨਸਾਨ ਜਿਹੜਾ ਉਹ ਸੋਚ ਨਹੀਂ ਰੱਖ ਸਕਦਾ ਜੋ ਉਹਨਾਂ ਦੀ ਸੋਚ ਸੀ। ਸੋ ਸ਼ੁਰੂ ਕਰਦੇ ਹਾਂ ਚੈਪਟਰ। ਉਹਨਾਂ ਦੇ 3 ਵਿਜ਼ਨ ਸੀ ਇੰਡੀਆ ਵਾਸਤੇ। 3000 ਸਾਲ ਦੀ ਜੇਕਰ ਹਿਸਟਰੀ ਵੇਖੀ ਜਾਵੇ ਇੰਡੀਆ ਦੀ, ਜੋ ਉਹਨਾਂ ਦੇ ਅਕੋਰਡਿੰਗ, ਮਤਲਬ ਕਿ ਆਲ ਓਵਰ ਦਾ ਵਰਲਡ ਕਾਫੀ ਸਾਰੇ ਲੋਕ ਜਿਹੜੇ ਆ ਇੰਡੀਆ ਦੇ ਵਿੱਚ ਆਏ, ਜਿਨ੍ਹਾਂ ਨੇ ਇੰਡੀਆ ਦੀ ਲੈਂਡ ਨੂੰ ਕੈਪਚਰ ਕੀਤਾ, ਜਿਨ੍ਹਾਂ ਦੇ ਵਿੱਚ ਅਲੈਗਜ਼ੈਂਡਰ ਤੋਂ ਬਾਅਦ ਗ੍ਰੀਕਸ ਆਏ, ਟਰਕਸ ਆਏ, ਮੁਗਲਸ, ਪੁਰਤਗੀਜ਼, ਬ੍ਰਿਟਿਸ਼, ਫਰੈਂਚ, ਡੱਚ, ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਇੰਡੀਆ ਦੇ ਵਿੱਚ ਆਏ, ਤੇ ਇਹਨਾਂ ਨੇ ਇੰਡੀਆ ਨੂੰ ਮਤਲਬ ਆਪਣੇ ਫਾਇਦੇ ਲਈ ਲੁੱਟਿਆ ਵੀ, ਪਲੱਸ ਉਹਨਾਂ ਨੇ ਉਹਨਾਂ ਦੇ ਉੱਪਰ ਆਪਣੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹ ਥੋਪਣੇ ਵੀ ਚਾਹੇ, ਉਹ ਥੋਪੇ ਵੀ ਇਹਨਾਂ ਨੇ। ਜੋ ਸਾਡਾ ਸੀ, ਜੋ ਇੰਡੀਆ ਦਾ ਸੀ, ਉਹ ਸਾਰਾ ਦਾ ਸਾਰਾ ਉਹਨਾਂ ਨੇ ਟੁੱਕ ਓਵਰ ਕਰ ਲਿਆ। ਹੁਣ ਅਬਦੁਲ ਕਲਾਮ ਜੀ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੇਸ਼ਨ ਦੇ ਬਾਰੇ ਇਸ ਤਰੀਕੇ ਦੇ ਨਾਲ ਕਦੀ ਸੋਚ ਨਹੀਂ ਰੱਖੀ ਜਿੱਦਾਂ ਉਹ ਦੂਸਰੇ ਨੇਸ਼ਨਸ ਜਿਹੜੇ ਆ ਇੰਡੀਆ ਬਾਰੇ ਸੋਚ ਰੱਖਦੇ ਆ ਜਾਂ ਕੈਪਚਰ ਕਰਦੇ ਆ ਦੂਸਰੀ ਕੰਟਰੀਜ਼ ਨੂੰ। ਇੰਡੀਆ ਨੇ ਕਦੀ ਕਿਸੇ ਵੀ ਕੰਟਰੀ ਨੂੰ ਜਿਹੜਾ ਹੈ ਉਹ ਕਨਕੁਏਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕੈਪਚਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਅਸੀਂ ਕਿਸੇ ਦੀ ਲੈਂਡ ਦੇ ਉੱਪਰ ਕਬਜ਼ਾ ਕੀਤਾ, ਨਾ ਅਸੀਂ ਕਿਸੇ ਦੇ ਕਲਚਰ ਦੇ ਉੱਪਰ ਕਬਜ਼ਾ ਕੀਤਾ, ਨਾ ਕਿਸੇ ਦੀ ਹਿਸਟਰੀ ਦੇ ਉੱਪਰ ਕਬਜ਼ਾ ਕੀਤਾ। ਯਾਨੀ ਹਰ ਇੱਕ ਚੀਜ਼ ਜਿਹੜੀ ਆ ਇਹ ਸ਼ੋਅ ਕਰਦੀ ਹੈ ਇਸ ਪੈਰੇ ਦੇ ਵਿੱਚ ਕਿ ਇੰਡੀਆ ਬਹੁਤ ਕੰਸੀਡਰੇਟ ਹੈ ਲੋਕਾਂ ਦੇ, ਜੇਕਰ ਰਾਈਟਸ ਦੀ ਗੱਲ ਕਰੀਏ ਉਹਨਾਂ ਦੇ ਪ੍ਰਤੀ। ਇਹ ਇਸ ਕਰਕੇ ਹੈ ਕਿਉਂਕਿ ਅਸੀਂ ਦੂਸਰਿਆਂ ਦੀ ਫਰੀडम ਦੀ ਇੱਜ਼ਤ ਕਰਦੇ ਹਾਂ, ਉਹਨਾਂ ਦੀ ਆਜ਼ਾਦੀ ਦੀ ਜਿਹੜੀ ਇੱਜ਼ਤ ਕਰਦੇ ਹਾਂ। ਇਸ ਕਰਕੇ ਜਿਹੜਾ ਅਸੀਂ ਕਦੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਨੂੰ ਕੈਪਚਰ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ। ਤੇ ਉਹਨਾਂ ਦਾ ਜਿਹੜਾ ਫਸਟ ਵਿਜ਼ਨ ਸੀ, ਜਿਹੜਾ ਕਿਉਂਕਿ ਆਪਾਂ ਚੈਪਟਰ ਸ਼ੁਰੂ 'ਚ ਹੀ ਪੜ੍ਹ ਚੁੱਕੇ ਕਿ ਉਹਨਾਂ ਦੇ ਤਿੰਨ ਵਿਜ਼ਨ ਸੀ ਜਿਹੜੇ ਕਿ ਬਹੁਤ ਇੰਪੋਰਟੈਂਟ ਵਿਜ਼ਨਸ ਨੇ। ਤੇ ਸਭ ਤੋਂ ਪਹਿਲਾ ਜਿਹੜਾ ਵਿਜ਼ਨ ਹੈ ਉਹਨਾਂ ਦਾ ਉਹ ਹੈ ਫਰੀडम, ਕਿ ਇੰਡੀਆ ਨੂੰ 1857 ਦੇ ਵਿੱਚ ਜਦੋਂ ਫਸਟ ਰਿਵੋਲਟ ਹੋਇਆ, ਜਦੋਂ ਇੰਡੀਆ ਦਾ, ਉਸ ਰਿਵੋਲਟ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਆਜ਼ਾਦੀ ਦਾ ਜਿਹੜਾ ਹੈ, ਉਹਨਾਂ ਨੇ ਫਰੀडम ਦਾ ਜਿਹੜਾ ਹੈ ਸੁਪਨਾ ਵੇਖਿਆ, ਜਿਹੜਾ ਕਿ ਉਸ ਟਾਈਮ ਤੇ ਆਜ਼ਾਦੀ ਵਾਸਤੇ ਸਟਾਰਟ ਹੋਇਆ। ਫਿਰ ਉਹਦੇ ਬਾਅਦ ਇੰਡੀਆ 1947 ਦੇ ਵਿੱਚ ਜਿਹੜਾ ਹੈ ਫਿਰ ਆਜ਼ਾਦ ਹੋਇਆ। ਕਹਿੰਦੇ ਆ ਵੀ ਇਹ ਉਹ ਫਰੀडम ਹੈ ਜੋ ਸਾਨੂੰ ਪ੍ਰੋਟੈਕਟ ਕਰਨੀ ਚਾਹੀਦੀ ਹੈ, ਜੋ ਸਾਨੂੰ ਨਰਚਰ ਕਰਨੀ ਚਾਹੀਦੀ ਹੈ, ਜਿਹਦਾ ਖਿਆਲ ਰੱਖਣਾ ਚਾਹੀਦਾ ਹੈ ਦੂਸਰਿਆਂ ਦੀ ਆਜ਼ਾਦੀ ਦਾ ਵੀ, ਜੋ ਅਸੀਂ ਹਾਸਿਲ ਕੀਤੀ ਹੈ। ਜੇਕਰ ਅਸੀਂ ਫ੍ਰੀ ਨਹੀਂ ਹੋਵਾਂਗੇ, ਆਜ਼ਾਦ ਨਹੀਂ ਹੋਵਾਂਗੇ, ਤਾਂ ਕੋਈ ਵੀ ਸਾਡੀ ਜਿਹੜੀ ਰਿਸਪੈਕਟ ਜਿਹੜੀ ਉਹ ਨਹੀਂ ਕਰਦਾ।
ਉਹਨਾਂ ਦਾ ਜਿਹੜਾ ਸੈਕੰਡ ਵਿਜ਼ਨ ਸੀ ਉਹ ਸੀ ਡਿਵੈਲਪਮੈਂਟ। ਕਹਿੰਦੇ ਆ ਕਿ ਪਿਛਲੇ 50 ਸਾਲਾਂ ਤੋਂ ਇੰਡੀਆ ਇੱਕ ਡਿਵੈਲਪਿੰਗ ਨੇਸ਼ਨ ਦੇ ਤੌਰ ਤੇ ਜਿਹੜਾ ਹੈ ਉਹ ਜਾਣਿਆ ਜਾਂਦਾ ਸੀ, ਤੇ ਕਹਿੰਦੇ ਵੀ ਹੁਣ ਇਹ ਸਮਾਂ ਆ ਚੁੱਕਾ ਹੈ ਕਿ ਹੁਣ ਅਸੀਂ ਆਪਣੇ ਆਪ ਨੂੰ ਡਿਵੈਲਪਡ ਨੇਸ਼ਨ ਕਹੀਏ, ਕਿਉਂਕਿ ਅਸੀਂ ਟੌਪ 5 ਨੇਸ਼ਨਸ ਦੇ ਵਿੱਚ ਆਉਂਦੇ ਆ ਜੇਕਰ ਜੀਡੀਪੀ ਦੀ ਗੱਲ ਕਰ ਲਈਏ। ਜੀਡੀਪੀ ਮਤਲਬ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ, ਜਿਹੜਾ ਸਕਲ ਘਰੇਲੂ ਉਤਪਾਦ ਜਿਹੜਾ ਆਪਣਾ ਇੰਡੀਆ ਦਾ ਹੈ, ਉਹਦੀ ਟਰਮਸ ਦੇ ਵਿੱਚ ਜੇ ਦੇਖਿਆ ਜਾਵੇ ਤੇ ਇੰਡੀਆ ਟੌਪ 5 ਨੇਸ਼ਨਸ ਦੇ ਵਿੱਚ ਆਉਂਦਾ, ਯਾਨੀ ਅੱਛਾ ਜੀਡੀਪੀ ਜਿਹੜਾ ਇੰਡੀਆ ਦਾ ਹੈ। ਕਹਿੰਦੇ ਆ ਵੀ ਇੰਡੀਆ ਦੇ ਜਿਹੜੇ ਜ਼ਿਆਦਾਤਰ ਏਰੀਆਜ਼ ਨੇ ਉਹਨਾਂ ਦੀ ਗਰੋਥ ਰੇਟ ਜਿਹੜੀ ਉਹ 10% ਤੋਂ ਉੱਪਰ ਆ, ਤਕਰੀਬਨ 10% ਉਹਨਾਂ ਦੀ ਗਰੋਥ ਰੇਟ ਆ। ਹਰ ਸਾਲ 10% ਜਿਹੜੀ ਉਹ ਗਰੋ ਕਰਦੀ ਹੈ, ਹਰ ਇੱਕ ਕਈ ਜ਼ਿਆਦਾਤਰ ਏਰੀਆਜ਼ ਜਿਹੜੇ ਆ ਉਹ 10% ਗਰੋ ਜਿਹੜੇ ਆ ਉਹ ਹਰ ਸਾਲ ਕਰਦੇ ਆ। ਉਹਨਾਂ ਦੇ ਜਿਹੜੇ ਪੋਵਰਟੀ ਲੈਵਲ ਹੈ ਇੰਡੀਆ ਦਾ ਉਹ ਹੁਣ ਘਟਦਾ ਜਾ ਰਿਹਾ ਹੈ, ਤੇ ਉਹਨਾਂ ਦੀਆਂ ਅਚੀਵਮੈਂਟਸ ਜਿਹੜੀਆਂ ਇੰਡੀਆ ਦੀਆਂ ਹੁਣ ਗਲੋਬਲੀ ਜਿਹੜੀਆਂ ਰਿਕਗਨਾਈਜ਼ ਕੀਤੀਆਂ ਜਾ ਰਹੀਆਂ, ਕਿਉਂਕਿ ਜੋ ਇੰਡੀਆ ਅਚੀਵ ਕਰ ਰਿਹਾ ਉਹ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਦੇਖਿਆ ਵੀ ਜਾ ਰਿਹਾ। ਕਹਿੰਦੇ ਆ ਵੀ ਅਸੀਂ ਕੀ ਲੈਕ ਕਰਦੇ ਹਾਂ, ਇੱਕ ਸੈਲਫ ਕੌਨਫੀਡੈਂਸ ਲੈਕ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਇੱਕ ਡਿਵੈਲਪਡ ਨੇਸ਼ਨ ਦੇ ਤੌਰ ਤੇ, ਇੱਕ ਸੈਲਫ ਰੈਲੀਐਂਟ ਨੇਸ਼ਨ ਦੇ ਤੌਰ ਤੇ ਜਿਹੜਾ ਆਪਣੀਆਂ ਜ਼ਰੂਰਤਾਂ ਆਪ ਪੂਰੀਆਂ ਕਰਦਾ ਹੋਵੇ, ਜਾਂ ਸੈਲਫ ਅਸ਼ੋਰਡ ਨੇਸ਼ਨ ਦੇ ਤੌਰ ਤੇ ਜਿਹੜਾ ਅਸੀਂ ਆਪਣੇ ਆਪ ਨੂੰ ਜਾਣੀਏ, ਕਿ ਇਹ ਸਹੀ ਨਹੀਂ ਹੋਵੇਗਾ। ਹੁਣ ਉਹਨਾਂ ਦਾ ਜਿਹੜਾ ਤੀਸਰਾ ਵਿਜ਼ਨ ਸੀ ਉਹ ਸੀ ਇੰਡੀਆ ਮਸਟ ਸਟੈਂਡ ਅਪ ਟੂ ਦ ਵਰਲਡ ਬਿਕੋਜ਼ ਆਈ ਬਿਲੀਵ ਦੈਟ ਅਨਲੈਸ ਇੰਡੀਆ ਸਟੈਂਡ ਅਪ ਟੂ ਦ ਵਰਲਡ ਨੋ ਵਨ ਵਿਲ ਰਿਸਪੈਕਟ ਅਸ। ਯਾਨੀ ਇੰਡੀਆ ਦੂਸਰਿਆਂ ਦੇ ਸਾਹਮਣੇ ਇੱਕ ਪਾਵਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਖੜੀ ਹੋਵੇ, ਕਿਉਂਕਿ ਜਿੰਨੀ ਦੇਰ ਤੱਕ ਉਹ ਆਪਣੀ ਪਾਵਰ ਨਹੀਂ ਵਿਖਾਏਗਾ ਉਨੀ ਦੇਰ ਤੱਕ ਕੋਈ ਵੀ ਰਿਸਪੈਕਟ ਜਿਹੜੀ ਉਹਦੀ ਇੰਡੀਆ ਦੀ ਨਹੀਂ ਕਰੇਗਾ। ਸੋ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਸਟਰੈਂਥ ਆ, ਓਨਲੀ ਸਟਰੈਂਥ ਰਿਸਪੈਕਟ ਸਟਰੈਂਥ, ਯਾਨੀ ਸਟਰੈਂਥ ਦੀ ਰਿਸਪੈਕਟ ਕਰਦੀ ਹੈ, ਯਾਨੀ ਪਾਵਰ ਦੀ ਰਿਸਪੈਕਟ ਕਰਦੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਸਿਰਫ ਮਿਲਟਰੀ ਪਾਵਰ ਦੇ ਵਿੱਚ ਹੀ ਸਟਰੋਂਗ ਨਹੀਂ ਹੋਣਾ, ਜਦਕਿ ਇਕਨੋਮਿਕ ਪਾਵਰ ਦੇ ਵਿੱਚ ਵੀ, ਯਾਨੀ ਜੇਕਰ ਆਰਥਿਕ ਤੌਰ ਤੇ ਵੀ ਵੇਖਿਆ ਜਾਵੇ ਤੇ ਆਰਥਿਕ ਤੌਰ ਤੇ ਵੀ ਇੰਡੀਆ ਜਿਹੜਾ ਹੈ ਉਹ ਬਹੁਤ ਵੱਡੀ ਪਾਵਰ ਜਿਹੜੀ ਬਣ ਕੇ ਜਿਹੜਾ ਸਾਹਮਣੇ ਆਵੇ, ਜੇਕਰ ਉਹ ਆਪਣੀ ਰਿਸਪੈਕਟ ਜਿਹੜੀ ਹੈ ਦੂਸਰੀ ਕੰਟਰੀ ਦੇ ਸਾਹਮਣੇ ਹੋਰ ਬਿਹਤਰ ਬਣਾਉਣਾ ਚਾਹੁੰਦਾ ਹੈ। ਹੁਣ ਕਹਿੰਦੇ ਆ ਵੀ ਬੋਥ ਮਸਟ ਗੋ ਹੈਂਡ ਇਨ ਹੈਂਡ, ਯਾਨੀ ਹਰ ਇੱਕ ਚੀਜ਼ ਜਿਹੜੀ ਆ ਉਹ ਬਿਲਕੁਲ ਨਾਲ ਨਾਲ ਚੱਲਣੀ ਚਾਹੀਦੀ ਹੈ। ਮਾਈ ਗੁੱਡ ਫੋਰਚੂਨ ਵਾਸ ਟੂ ਹੈਵ ਵਰਕਡ। ਹੁਣ ਉਹਨਾਂ ਨੇ 3 ਗ੍ਰੇਟੈਸਟ ਮਾਈਂਡ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਉਹਨਾਂ ਨੇ ਨਾਂ ਲਿਆ ਜੀ ਡਾਕਟਰ ਵਿਕਰਮ ਸਾਰਾਭਾਈ, ਜਿਹੜੇ ਕਿ ਡਿਪਾਰਟਮੈਂਟ ਆਫ ਸਾਇੰਸ, ਪ੍ਰੋਫੈਸਰ ਸਤੀਸ਼ ਧਵਨ, ਜਿਹੜੇ ਕਿ ਜਿਨ੍ਹਾਂ ਨੇ ਵਿਕਰਮ ਸਾਰਾਭਾਈ ਨੂੰ ਜਿਨ੍ਹਾਂ ਨੇ ਅੱਗੇ ਸਕਸੀਡ ਕੀਤਾ, ਕਿਉਂਕਿ ਉਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਉਹਦੇ ਬਾਅਦ ਪ੍ਰੋਫੈਸਰ ਸਤੀਸ਼ ਧਵਨ ਜਿਹੜੇ ਉਹਨਾਂ ਨੇ ਜਗ੍ਹਾ ਲਈ। ਉਹਦੇ ਬਾਅਦ ਡਾਕਟਰ ਬ੍ਰਹਮ ਪ੍ਰਕਾਸ਼, ਜਿਹੜੇ ਕਿ ਨਿਊਕਲੀਅਰ ਮਟੀਰੀਅਲ ਦੇ ਫਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਤੇ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆ ਕਿ ਉਹਨਾਂ ਨੂੰ ਇਹਨਾਂ ਤਿੰਨਾਂ ਦੇ ਨਾਲ ਜਿਹੜਾ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਉਹਨਾਂ ਦੇ ਕੋਲ ਕਾਫੀ ਸਾਰੀਆਂ ਅਮੇਜ਼ਿੰਗ ਸਕਸੈਸ ਸਟੋਰੀਜ਼ ਨੇ ਜਿਹੜੀਆਂ ਕਿ ਉਹ ਐਕਨੋਲਜ ਜਿਹੜੀਆਂ ਕਰਨਾ ਚਾਹੁੰਦੇ ਆ, ਕਿ ਦੱਸਣਾ ਚਾਹੁੰਦੇ ਆ ਕਿ ਕਿਹੜੀਆਂ ਕਿਹੜੀਆਂ ਅਚੀਵਮੈਂਟਸ ਨੇ। ਜਿਵੇਂ ਮਿਲਕ ਪ੍ਰੋਡਕਸ਼ਨ ਦੇ ਵਿੱਚ ਇੰਡੀਆ ਫਸਟ ਨੰਬਰ ਤੇ ਆ। ਵੀ ਆਰ ਨੰਬਰ 1 ਇਨ ਰਿਮੋਟ ਸੈਂਸਿੰਗ ਸੈਟਲਾਈਟਸ। ਰਿਮੋਟ ਸੈਂਸਿੰਗ ਸੈਟਲਾਈਟ ਦੇ ਵਿੱਚ ਵੀ ਇੰਡੀਆ ਨੰਬਰ 1 ਤੇ ਆ। ਰਿਮੋਟ ਸੈਂਸਿੰਗ ਸੈਟਲਾਈਟ ਦਾ ਮਤਲਬ ਹੈ ਜਿਵੇਂ ਇੰਡੀਆ ਨੇ ਰੀਸੈਂਟਲੀ ਮਿਸ਼ਨ ਚੰਦਰਯਾਨ ਜਿਹੜਾ ਚਲਾਇਆ ਸੀਗਾ, ਕਈ ਸਾਰੇ ਪ੍ਰੋਜੈਕਟ ਜਿਹੜੇ ਆ ਇਹਦੇ ਨਾਲ ਰਿਗਾਰਡਿੰਗ ਜਿਹੜਾ ਇਸਰੋ ਦੇ ਦੁਆਰਾ ਜਿਹੜਾ ਚਲਾਏ ਜਾ ਰਹੇ ਆ ਜਾਂ ਉਹਨਾਂ ਦੇ ਉੱਪਰ ਰਿਸਰਚ ਕੀਤੀ ਜਾ ਰਹੀ ਹੈ। ਸੋ ਰਿਮੋਟ ਸੈਂਸਿੰਗ ਦੇ ਵਿੱਚ ਜਿਹੜਾ ਇੰਡੀਆ ਫਸਟ ਰੈਂਕ ਦੇ ਉੱਪਰ ਹੈ। ਤੇ ਜੇਕਰ ਅਸੀਂ ਵੀਟ ਤੇ ਰਾਈਸ ਦੀ ਗੱਲ ਕਰੀਏ, ਵੀਟ ਤੇ ਰਾਈਸ ਦੇ ਵਿੱਚ ਇੰਡੀਆ ਸੈਕੰਡ ਲਾਰਜੈਸਟ ਪ੍ਰੋਡਿਊਸਰ ਹੈ ਵੀਟ ਤੇ ਰਾਈਸ, ਯਾਨੀ ਆਲ ਓਵਰ ਦਾ ਵਰਲਡ ਇੰਡੀਆ ਸੈਕੰਡ ਨੰਬਰ ਤੇ ਵੀਟ ਰਾਈਸ ਪ੍ਰੋਡਿਊਸ ਕਰਦਾ ਹੈ। ਹੋਰ ਇੱਕ ਕੁਐਸਚਨ ਹੋਰ ਆ ਜਾਂਦਾ ਹੈ ਕਿ ਜੇਕਰ ਅਸੀਂ ਇੰਨਾ ਜ਼ਿਆਦਾ ਫੋਰਨ ਥਿੰਗਸ ਕੋਲੋਂ, ਯਾਨੀ ਜਿਹੜੀਆਂ ਫੋਰਨ ਕੰਟਰੀ ਦੇ ਵਿੱਚ ਮੈਨੂਫੈਕਚਰ ਹੋਈਆਂ ਨੇ ਚੀਜ਼ਾਂ, ਜੇਕਰ ਅਸੀਂ ਇੰਨਾ ਆਬਸੈਸਡ ਹਾਂ ਉਹਨਾਂ ਨੂੰ ਲੈ ਕੇ, ਤੇ ਕਿਉਂ ਅਸੀਂ ਫੋਰਨ ਟੀਵੀ ਖਰੀਦਦੇ ਹਾਂ, ਜਾਂ ਕਿਉਂ ਅਸੀਂ ਫੋਰਨ ਸ਼ਰਟਸ ਖਰੀਦਦੇ ਹਾਂ, ਜਾਂ ਕਿਉਂ ਅਸੀਂ ਫੋਰਨ ਟੈਕਨੋਲੋਜੀ ਪਸੰਦ ਕਰਦੇ ਹਾਂ, ਤੇ ਕਿਉਂ ਅਸੀਂ ਹਰ ਇੱਕ ਚੀਜ਼ ਜਿਹੜੀ ਇੰਪੋਰਟਡ ਜਿਹੜੀ ਆ ਉਹ ਪਸੰਦ ਕਰਦੇ ਹਾਂ ਕਿ ਸਾਡੇ ਕੋਲ ਹਰ ਇੱਕ ਚੀਜ਼ ਜਿਹੜੀ ਇੰਪੋਰਟਡ ਹੋਵੇ। ਕਿਉਂਕਿ ਜੇਕਰ ਅਸੀਂ ਇਹ ਰੀਅਲਾਈਜ਼ ਨਹੀਂ ਕਰਾਂਗੇ ਤੇ ਅਸੀਂ ਸੈਲਫ ਰਿਸਪੈਕਟ ਜਿਹੜੀ ਆ ਉਹ ਸੈਲਫ ਰਿਲਾਇੰਸ ਦੇ ਨਾਲ ਹੀ ਆਉਂਦੀ ਹੈ। ਜਿੰਨਾ ਦੇਰ ਤੱਕ ਅਸੀਂ ਹਰ ਇੱਕ ਜ਼ਰੂਰਤ ਆਪਣੇ ਦੇਸ਼ ਦੇ ਵਿੱਚੋਂ ਨਹੀਂ ਪੂਰੀ ਕਰਾਂਗੇ, ਉਨੀ ਦੇਰ ਤੱਕ ਅਸੀਂ ਸੈਲਫ ਰਿਸਪੈਕਟ ਜਿਹੜੀ ਉਹ ਨਹੀਂ ਪਾ ਸਕਦੇ। ਕਹਿੰਦੇ ਆ ਕਿ ਜਦੋਂ ਉਹ ਹੈਦਰਾਬਾਦ ਦੇ ਵਿੱਚ ਸੀ, ਇੱਕ ਲੈਕਚਰ ਦੇ ਰਹੇ ਸੀ, ਤੇ ਉਹਨਾਂ ਨੇ ਇੱਕ 14 ਸਾਲ ਦੀ ਬੱਚੀ ਨੇ ਆ ਕੇ ਉਹਨਾਂ ਨੂੰ ਇੱਕ ਆਟੋਗ੍ਰਾਫ ਮੰਗਿਆ ਉਹਨਾਂ ਦੇ ਕੋਲੋਂ। ਤੇ
ਉਹਨਾਂ ਨੇ ਅੱਗੇ ਉਹਨੂੰ ਸਵਾਲ ਪੁੱਛਿਆ ਵੀ ਤੇਰਾ ਗੋਲ ਕੀ ਹੈ ਲਾਈਫ ਦਾ, ਉਸ ਬੱਚੀ ਨੇ, 14 ਸਾਲ ਦੀ ਬੱਚੀ ਨੇ, ਏਪੀਜੇ ਅਬਦੁਲ ਕਲਾਮ ਨੇ। ਉਸ ਬੱਚੀ ਨੇ ਅੱਗੇ ਜਵਾਬ ਦਿੱਤਾ ਵੀ ਉਹ ਡਿਵੈਲਪਡ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਹੈ ਜਾਂ ਜੀਣਾ ਚਾਹੁੰਦੀ ਹੈ। ਆਈ ਵਾਂਟ ਟੂ ਲਿਵ ਇਨ ਅ ਡਿਵੈਲਪਡ ਇੰਡੀਆ, ਕਿ ਉਹ ਡਿਵੈਲਪਡ ਇੰਡੀਆ ਦੇ ਵਿੱਚ ਜੀਣਾ ਚਾਹੁੰਦੀ ਹੈ। ਸੋ ਉਹਨਾਂ ਨੇ ਉਸ ਸਪੀਚ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਸਾਰਿਆਂ ਨੂੰ ਇਸ ਬੱਚੀ ਦੇ ਲਈ, ਇਹਦਾ ਸੁਪਨਾ ਪੂਰਾ ਕਰਨ ਦੇ ਲਈ ਸਾਨੂੰ ਇੱਕ ਡਿਵੈਲਪਡ ਨੇਸ਼ਨ ਜਿਹੜਾ ਉਹ ਬਿਲਡ ਕਰਨਾ ਪਵੇਗਾ, ਤਾਂ ਕਿ ਇਹ ਬੱਚੀ ਜਿਹੜੀ ਆਪਣਾ ਸੁਪਨਾ ਪੂਰਾ ਕਰ ਸਕੇ। ਸੋ ਇੱਦਾਂ ਦੀ ਸੋਚ ਜਿਹੜੀ ਉਹ ਰੱਖਦੇ ਸੀਗੇ। ਇੰਡੀਆ ਜਿਹੜਾ ਹੈ ਉਹ ਅੰਡਰ ਡਿਵੈਲਪਡ ਨੇਸ਼ਨ ਜਿਹੜਾ ਹੈ ਉਹ ਨਹੀਂ ਹੈ, ਕਿਉਂਕਿ ਇੰਡੀਆ ਦੇ ਵਿੱਚ ਹਰ ਇੱਕ ਚੀਜ਼ ਕਾਫੀ ਡਿਵੈਲਪਡ ਜਿਹੜੀ ਉਹ ਹੋ ਚੁੱਕੀ ਹੈ। ਕਹਿੰਦੇ ਵੀ ਜੇਕਰ ਅਸੀਂ 10 ਮਿੰਟ ਧਿਆਨ ਨਾਲ ਸੋਚੀਏ ਕਿ ਇੰਡੀਆ ਕੀ ਹੈ, ਗਿਵ 10 ਮਿੰਟ ਫॉर योर ਕੰਟਰੀ, ਆਪਣੀ ਕੰਟਰੀ ਨੂੰ 10 ਮਿੰਟ ਦਿਓ ਤੇ ਸੋਚੋ। ਯੂ ਸੇ ਦੈਟ ਆਵਰ ਗਵਰਨਮੈਂਟ ਇਜ਼ ਇਨਐਫੀਸ਼ੀਐਂਟ, ਯਾਨੀ ਤੁਸੀਂ ਕਹਿੰਦੇ ਹੋ ਕਿ ਆਪਣੀ ਜਿਹੜੀ ਗਵਰਨਮੈਂਟ ਹੈ ਉਹ ਇਨਐਫੀਸ਼ੀਐਂਟ, ਜਿਹੜੀ ਕੰਮ ਨਹੀਂ ਕਰ ਸਕਦੀ। ਜਾਂ ਅਸੀਂ ਕਹਿੰਦੇ ਆ ਵੀ ਆਪਣੇ ਜਿਹੜੇ ਲਾਜ਼ ਨੇ ਉਹ ਬੜੇ ਪੁਰਾਣੇ ਆ। ਜਾਂ ਅਸੀਂ ਕਹਿੰਦੇ ਆ ਕਿ ਜਿਹੜੀ ਮਿਊਨਿਸਪੈਲਿਟੀ ਹੈ ਉਹ ਮਿਊਨਿਸਪੈਲਿਟੀ ਜਿਹੜੀ ਉਹ ਗਾਰਬੇਜ ਜਿਹੜੀ ਹੈ, ਕਚਰਾ ਜਿਹੜਾ ਉਹ ਨਹੀਂ ਚੁੱਕਦੀ। ਅਸੀਂ ਕਹਿੰਦੇ ਆ ਕਿ ਜਿਹੜੇ ਫੋਨ ਜਿਹੜੇ ਆ ਉਹ ਕੰਮ ਨਹੀਂ ਕਰਦੇ, ਰੇਲਵੇ ਨੂੰ ਅਸੀਂ ਮਜ਼ਾਕ ਸਮਝਦੇ ਹਾਂ, ਜਾਂ 에ਅਰਲਾਈਨ ਜਿਹੜਾ ਉਹ ਸਭ ਤੋਂ ਵਰਸਟ ਹੈ ਪੂਰੇ ਵਰਲਡ ਦੇ ਵਿੱਚ। ਇਹ ਸਾਰੀਆਂ ਕੰਪਲੇਂਟਸ ਜਿਹੜੀਆਂ ਆਪਣੀਆਂ ਕੰਪਲੇਂਟਸ ਨੇ, ਇੱਕ ਆਮ ਬੰਦੇ ਦੀਆਂ ਕੰਪਲੇਂਟਸ ਨੇ। ਜਾਂ ਫਿਰ ਅਸੀਂ ਕਹਿੰਦੇ ਆ ਕਿ ਸਾਡੀਆਂ ਚਿੱਠੀਆਂ ਜਿਹੜੀਆਂ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਡੈਸਟੀਨੇਸ਼ਨ 'ਤੇ ਨਹੀਂ ਪਹੁੰਚਦੀਆਂ। ਜਾਂ ਫਿਰ ਆਪਣੀ ਕੰਟਰੀ ਜਿਹੜੀ ਹੈ ਬਹੁਤ ਸਾਰੀਆਂ ਪ੍ਰੋਬਲਮਸ ਦੇ ਨਾਲ ਜਿਹੜੀ ਭਰੀ ਪਈ ਹੈ, ਕਿਉਂਕਿ ਉਹਨੂੰ ਇੱਕ ਕਚਰੇ ਦੇ ਤੌਰ 'ਤੇ ਵੇਖਿਆ ਜਾਂਦਾ। ਕਈ ਇਹੋ ਜਿਹੀਆਂ ਫੀਲਡਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਮਤਲਬ ਕਿ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਅਸੀਂ ਉਹਨਾਂ ਦੇ ਵਿੱਚ ਫੇਸ ਕਰਦੇ ਹਾਂ। ਸੋ ਅਸੀਂ ਕਹਿੰਦੇ ਹਾਂ, ਲੇਕਿਨ ਤੁਸੀਂ ਉਹਦੇ ਵਾਸਤੇ ਕੀ ਕੀਤਾ? ਉਹ ਕਹਿੰਦੇ ਆ ਕਿ ਤੁਸੀਂ ਕੰਪਲੇਨ ਕਰਦੇ ਹੋ, ਲੇਕਿਨ ਤੁਸੀਂ ਉਸ ਕੰਪਲੇਨ ਨੂੰ ਦੂਰ ਕਰਨ ਦੇ ਲਈ ਤੁਸੀਂ ਕੀ ਕੀਤਾ ਹੈ। ਹੁਣ ਇੱਕ ਐਗਜ਼ਾਮਪਲ ਲਿਆ ਉਹਨਾਂ ਨੇ, ਇੱਕ ਪਰਸਨ ਦਾ ਜਿਹੜਾ ਕਿ ਸਿੰਗਾਪੁਰ ਜਾਂਦਾ, ਜਾਂ ਉਹਨੂੰ ਇਹ ਸਮਝੀਏ ਕਿ ਤੁਸੀਂ ਸਿੰਗਾਪੁਰ ਗਏ ਹੋ, ਤੁਸੀਂ 에ਅਰਪੋਰਟ ਤੋਂ ਬਾਹਰ ਨਿਕਲੇ ਤੇ ਤੁਸੀਂ 에ਅਰਪੋਰਟ ਤੋਂ ਬਾਹਰ ਨਿਕਲ ਕੇ ਜਿਹੜਾ ਉਸ ਕੰਟਰੀ ਦੀ ਤਾਰੀਫ ਕਰਦੇ ਹੋ। ਇਨ ਸਿੰਗਾਪੁਰ ਯੂ ਡੋਂਟ ਥਰੋ ਲਿਟਰ ਔਨ ਦਾ ਰੋਡ, ਤੇ ਨਾ ਤੁਸੀਂ ਉੱਥੇ ਕਿਸੇ ਤਰੀਕੇ ਦੇ ਨਾਲ ਨਾ ਰੋਡ ਦੇ ਉੱਪਰ ਥੁੱਕਦੇ ਹੋ, ਨਾ ਕਚਰਾ ਸੁੱਟਦੇ ਹੋ, ਤੇ ਨਾ ਹੀ ਤੁਸੀਂ ਸਟੋਰਸ ਦੇ ਵਿੱਚ ਖੜੇ ਹੋ ਕੇ ਕੁਝ ਖਾਂਦੇ ਹੋ, ਕਿਉਂਕਿ ਇਹ ਉੱਥੇ ਰੂਲ ਰੈਗੂਲੇਸ਼ਨਸ ਨੇ ਜਿਹੜੇ ਅਸੀਂ ਫੋਲੋ ਕਰਦੇ ਹਾਂ ਉਸ ਕੰਟਰੀ ਦੇ ਵਿੱਚ ਜਾ ਕੇ। ਤੇ ਜਿਹੜੀਆਂ ਸਿੰਗਾਪੁਰ ਦੇ ਵਿੱਚ ਜਿਹੜੇ ਅੰਡਰਗਰਾਊਂਡ ਲਿੰਕਸ ਬਣੇ ਹੋਏ ਆ ਜਿਹੜੇ ਮੈਟਰੋਸ 'ਤੇ, ਉਹਨਾਂ ਦੇ ਉੱਪਰ ਅਸੀਂ ਵੀ ਪ੍ਰਾਊਡ ਫੀਲ ਕਰਦੇ ਹਾਂ। ਤੇ ਅਸੀਂ ਔਰਚਰਡ ਰੋਡ ਤੋਂ ਟਰੈਵਲ ਕਰਨ ਦੇ ਲਈ, ਜਿਹੜਾ ਕਿ ਔਰਚਰਡ ਰੋਡ ਕਾਫੀ ਫੇਮਸ ਰੋਡ ਆ, ਜੇਕਰ ਅਸੀਂ ਉੱਥੋਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਜਿਹੜਾ ਅਸੀਂ ਉੱਥੋਂ ਟਰੈਵਲ ਕਰਦੇ ਹਾਂ ਤਾਂ ਸਾਨੂੰ $5 ਜਿਹੜਾ ਉੱਥੋਂ ਜਾਣ ਵਾਸਤੇ ਜਿਹੜੇ ਦੇਣੇ ਪੈਂਦੇ ਆ। ਸੋ ਅਸੀਂ ਉਸ ਚੀਜ਼ ਨੂੰ ਵੀ ਫੋਲੋ ਕਰਦੇ ਹਾਂ, $5 ਵੀ ਪੇ ਕਰਦੇ ਹਾਂ ਇਹਨਾਂ ਟਾਈਮਿੰਗਸ ਦੇ ਵਿੱਚ ਉੱਥੋਂ ਜਾਣ ਵਾਸਤੇ। ਕਹਿੰਦੇ ਆ ਕਿ ਤੁਸੀਂ ਪਾਰਕਿੰਗ ਟਿਕਟ ਤੇ ਪਾਰਕਿੰਗ ਦੇ ਵਿੱਚ ਆਪਣੀ ਪਾਰਕਿੰਗ ਟਿਕਟ ਪੰਚ ਕਰਨ ਵਾਸਤੇ ਆਉਂਦੇ ਹੋ, ਕਿਉਂਕਿ ਜੇਕਰ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਜ਼ਿਆਦਾ ਸਮੇਂ ਤੱਕ ਠਹਿਰਨਾ ਪੈ ਜਾਂਦਾ ਹੈ, ਜਾਂ ਕਿਤੇ ਵੀ ਤੁਹਾਨੂੰ ਸ਼ਾਪਿੰਗ ਮਾਲ ਦੇ ਵਿੱਚ ਜ਼ਿਆਦਾ ਸਮੇਂ ਤੱਕ ਠਹਿਰਨਾ ਪੈ ਜਾਂਦਾ ਹੈ, ਤੇ ਤੁਹਾਨੂੰ ਦੁਬਾਰਾ ਆਪਣੀ ਟਿਕਟ ਜਿਹੜੀ ਆ ਉਹ ਪੰਚ ਕਰਨੀ ਪੈਂਦੀ ਹੈ, ਦੁਬਾਰਾ ਜਿਹੜੀ ਹੈ ਪਰਮਿਸ਼ਨ ਲੈਣੀ ਪੈਂਦੀ ਹੈ ਆਪਣੀ ਕਾਰ ਜਿਹੜੀ ਪਾਰਕ ਕਰਨ ਵਾਸਤੇ। ਸੋ ਤੁਸੀਂ ਉਹ ਵੀ ਜਿਹੜਾ ਉਹ ਫੋਲੋ ਕਰਦੇ ਹੋ। ਕਹਿੰਦੇ ਇਨ ਸਿੰਗਾਪੁਰ ਯੂ ਡੋਂਟ ਸੇ ਐਨੀਥਿੰਗ, ਉਹ ਸਿੰਗਾਪੁਰ ਜਾ ਕੇ ਤੁਸੀਂ ਕੁਛ ਨਹੀਂ ਕਹਿੰਦੇ। ਹੁਣ ਅੱਗੇ ਨੈਕਸਟ ਕੰਟਰੀ ਦੀ ਗੱਲ ਕਰਦੇ ਹਾਂ ਜੀ, ਦੁਬਈ ਦੇ ਵਿੱਚ ਜਦੋਂ ਰਮਦਾਨ ਦੇ ਦਿਨਾਂ ਦੇ ਵਿੱਚ, ਦੁਬਈ ਦੇ ਵਿੱਚ ਤੁਸੀਂ ਹਿੰਮਤ ਨਹੀਂ ਕਰਦੇ ਕਿ ਅਸੀਂ ਰਮਦਾਨ ਦੇ ਦਿਨਾਂ ਦੇ ਵਿੱਚ ਕੁਝ ਖਾ ਸਕੀਏ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਰੋਜ਼ੇ ਰੱਖੇ ਜਾਂਦੇ, ਉਹ ਰੋਜ਼ਿਆਂ ਦੇ ਦੌਰਾਨ ਉਹ ਵੀ ਕੁਝ ਨਹੀਂ ਖਾਂਦੇ। ਤੇ ਉਸ ਟਾਈਮ ਤੇ ਕੀ ਆ, ਮਾਰਕੀਟ ਦੇ ਵਿੱਚ ਵੀ ਕੁਝ ਜ਼ਿਆਦਾ ਕੰਮ ਜਿਹੜਾ ਉਹ ਨਹੀਂ ਚੱਲਦਾ ਖਾਣ ਪੀਣ ਦੇ ਨਾਲ ਰਿਲੇਟਡ। ਸੋ ਉੱਥੇ ਆਪਣੀ ਵੀ ਇਹ ਹਿੰਮਤ ਨਹੀਂ ਹੁੰਦੀ ਕਿ ਅਸੀਂ ਦੁਬਈ ਦੇ ਵਿੱਚ ਰਮਦਾਨ ਦੇ ਦਿਨਾਂ ਦੇ ਵਿੱਚ ਕੁਝ ਬਾਹਰ ਖੜੇ ਹੋ ਕੇ ਕੁਝ ਖਾ ਸਕੀਏ। ਯੂ ਵੁੱਡ ਨਾਟ ਡੇਅਰ ਟੂ ਗੋ ਵਿਦਾਊਟ ਯੂਰ ਹੈਡ ਕਵਰਡ ਇਨ ਜੇਦਾ, ਜੇਦਾ ਦੇ ਵਿੱਚ ਤੁਸੀਂ ਆਪਣਾ ਹੈਡ ਕਵਰ ਕਰਨ ਤੋਂ ਬਗੈਰ ਜਿਹੜਾ ਉਹ ਬਾਹਰ ਨਹੀਂ ਨਿਕਲ ਸਕਦੇ ਜਾਂ ਬਾਹਰ ਨਹੀਂ ਜਾ ਸਕਦੇ। You would not dare to buy an employee of the telephone exchange in London at £10 a month to see to it my STD and STD call ISD calls are billed to someone else। ਕਿ ਲੰਡਨ ਦੇ ਵਿੱਚ ਤੁਸੀਂ ਕੋਈ ਵੀ ਟੈਲੀਫੋਨ ਐਕਸਚੇਂਜ ਦਾ ਜਿਹੜਾ ਐਮਪਲੋਈ ਜਿਹੜਾ ਉਹ ਨਹੀਂ ਖਰੀਦ ਸਕਦੇ ਕਿ ਤੁਸੀਂ ਉਹਨੂੰ ਇਹ ਕਹੋ ਵੀ ਆ £10 ਫੜ ਮਹੀਨੇ ਦਾ, ਤੇ ਤੂੰ ਮੇਰੇ STD ਤੇ ISD ਕਾਲਸ ਜਿਹੜੇ ਆ ਉਹ ਮੈਨੂੰ ਮਤਲਬ ਮੈਂ ਕਾਲ ਕਰਾਂ ਤੇ ਬਿੱਲ ਮੇਰਾ ਕਿਸੇ ਹੋਰ ਨੂੰ ਜਾਵੇ। ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਕਰਮਚਾਰੀ ਨੂੰ ਖਰੀਦ ਨਹੀਂ ਸਕਦੇ।
ਵਾਸ਼ਿੰਗਟਨ ਦੀ ਜੇ ਆਪਾਂ ਗੱਲ ਕਰੀਏ ਤਾਂ ਵਾਸ਼ਿੰਗਟਨ ਦੇ ਵਿੱਚ 55 ਮਾਈਲ ਪਰ ਆਵਰ ਯਾਨੀ 88 ਕਿਲੋਮੀਟਰ ਪਰ ਆਵਰ ਦੀ ਸਪੀਡ ਤੋਂ ਵੱਧ ਜਿਹੜਾ ਤੁਸੀਂ ਸਪੀਡ ਕ੍ਰਾਸ ਨਹੀਂ ਕਰ ਸਕਦੇ। ਤੇ ਜੇਕਰ ਤੁਹਾਨੂੰ ਕੋਈ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਰੋਕ ਲੈਂਦਾ ਹੈ ਤੇ ਉਹਨਾਂ ਨੇ ਇੱਕ ਹਿੰਦੀ ਦਾ ਇੱਕ ਸੈਂਟੈਂਸ ਯੂਜ਼ ਕੀਤਾ, ਜਾਣਦਾ ਹੈ ਮੈਂ ਕੌਣ ਹੂੰ। ਯਾਨੀ ਅਸੀਂ ਸਭ ਤੋਂ ਪਹਿਲਾਂ ਇਹੀ ਗੱਲ ਕਰਦੇ ਹਾਂ ਕਿ ਜਾਣਦਾ ਹੈ ਮੈਂ ਕੌਣ ਹੂੰ। ਜਿਵੇਂ ਇੰਡੀਆ ਦੇ ਵਿੱਚ ਅਸੀਂ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਪਹਿਚਾਣ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਅਸੀਂ ਹਿੰਮਤ ਨਹੀਂ ਕਰਦੇ ਉਹਨਾਂ ਦੇ ਸਾਹਮਣੇ ਇਸ ਤਰੀਕੇ ਨਾਲ ਬੋਲਣ ਦੀ। ਇਹ ਵੀਡੀਓ ਜਿਹੜੀ ਹੈ, ਜੇਕਰ ਮੈਂ ਪੂਰਾ ਚੈਪਟਰ ਇਸੇ ਵੀਡੀਓ ਦੇ ਵਿੱਚ ਲਿਆ ਤੇ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ, ਇਸ ਕਰਕੇ ਮੈਂ ਜਿਹੜਾ ਨੈਕਸਟ ਪਾਰਟ ਹੈ ਚੈਪਟਰ ਦਾ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਲਊਂਗਾ। ਤੇ ਮੈਂ ਰਿਕੁਐਸਟ ਕਰੂੰਗਾ ਕਿ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਇੰਗਲਿਸ਼ ਦੀਆਂ ਵੀਡੀਓਜ਼ ਜਿਹੜੀਆਂ ਤੁਹਾਨੂੰ ਬਿਲਕੁਲ ਟਾਈਮ ਨਹੀਂ ਮਿਲਦੀਆਂ ਰਹਿਣ। ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਬਿਲਕੁਲ ਨਾਲ ਦੀ ਨਾਲ ਮਿਲਦਾ ਰਹੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।